ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਮਿਸਟਰੈਸ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 7ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਵਿਆਕਰਨ ਭਾਗ ਵਿੱਚ ਅਰਥ-ਬੋਧ ਅਧੀਨ ਆਉਂਦੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ 16 ਤੋਂ 35 ਤੱਕ ਅਤੇ ਅਖਾਣ 6 ਤੋਂ 10 ਤੱਕ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਵਿਆਕਰਨ ਕੀ ਹੈ। ਕਿਸੇ ਵੀ ਭਾਸ਼ਾ ਨੂੰ ਠੀਕ ਰੂਪ ਵਿੱਚ ਬੋਲਣ, ਲਿਖਣ ਅਤੇ ਸਮਝਣ ਲਈ ਉਸ ਭਾਸ਼ਾ ਦੇ ਵਿਆਕਰਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਹਰ ਭਾਸ਼ਾ ਦੇ ਆਪਣੇ ਨਿਯਮ ਹੁੰਦੇ ਹਨ। ਭਾਸ਼ਾ ਦੀ ਠੀਕ ਵਰਤੋਂ ਦੇ ਨਿਯਮਾਂ ਬਾਰੇ ਅਸੀਂ ਉਸ ਦੇ ਵਿਆਕਰਨ ਤੋਂ ਹੀ ਸਿੱਖਦੇ ਹਾਂ। ਭਾਸ਼ਾ ਦੀ ਸ਼ੁੱਧ ਵਰਤੋਂ ਲਈ ਮੌਜੂਦ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਹਿੰਦੇ ਹਨ। ਵਿਆਕਰਨ ਉਹ ਵਿਦਿਆ ਹੈ ਜਿਸ ਵਿੱਚ ਭਾਸ਼ਾ ਦੇ ਨਿਯਮਾਂ ਨੂੰ ਜਾਣਿਆ ਅਤੇ ਸਮਝਿਆ ਜਾਂਦਾ ਹੈ। ਸੋ ਭਾਸ਼ਾ ਦੀ ਸ਼ੁੱਧ ਵਰਤੋਂ ਲਈ ਬਣਾਏ ਹੋਏ ਨਿਯਮ ਵਿਆਕਰਨ ਅਖਵਾਉਂਦੇ ਹਨ। ਵਿਆਕਰਨ ਦੇ ਮੁੱਖ ਰੂਪ ਵਿੱਚ 4 ਅੰਗ ਹਨ। ਪਹਿਲਾ ਹੈ ਧੁਨੀ ਜਾਂ ਅੱਖਰ ਜਾਂ ਵਰਣਬੋਧ। ਵਿਆਕਰਨ ਦੇ ਇਸ ਭਾਗ ਵਿੱਚ ਅੱਖਰਾਂ, ਲਗਾ ਮਾਤਰਾਵਾਂ, ਲਗਾਖਰਾਂ ਅਤੇ ਦੁੱਤ ਅੱਖਰਾਂ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਵਿਆਕਰਨ ਦਾ ਦੂਸਰਾ ਅੰਗ ਹੈ ਸ਼ਬਦ-ਬੋਧ। ਇਸ ਭਾਗ ਵਿੱਚ ਅੱਖਰਾਂ ਜਾਂ ਵਰਨਾਂ ਤੋਂ ਸ਼ਬਦ ਬਣਾਉਣ, ਸ਼ਬਦ ਭੇਦ ਅਤੇ ਸ਼ਬਦ ਰੂਪਾਂ ਸੰਬੰਧੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਵਿਆਕਰਨ ਦਾ ਤੀਸਰਾ ਅੰਗ ਹੈ ਵਾਕ-ਬੋਧ। ਵਿਆਕਰਨ ਦੇ ਇਸ ਭਾਗ ਵਿੱਚ ਸ਼ਬਦਾਂ ਤੋਂ ਵਾਕ ਬਣਾਉਣ, ਵਾਕਾਂ ਦੀਆਂ ਕਿਸਮਾਂ, ਵਾਕ ਵਟਾਂਦਰਾ ਅਤੇ ਵਿਸਰਾਮ ਚਿੰਨ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਵਿਆਕਰਨ ਦਾ ਚੌਥਾ ਭਾਗ ਹੈ ਅਰਥ-ਬੋਧ। ਸਾਡਾ ਅੱਜ ਦਾ ਵਿਸ਼ਾ ਵੀ ਅਰਥ-ਬੋਧ ਹੈ। ਅਰਥ-ਬੋਧ ਕੀ ਹੈ? ਭਾਸ਼ਾ ਦੇ ਸ਼ਬਦ ਭੰਡਾਰ ਨੂੰ ਅਮੀਰ ਬਣਾਉਣ ਲਈ ਸ਼ਬਦਾਂ ਦੇ ਅਰਥਾਂ ਦੇ ਆਧਾਰ 'ਤੇ ਵੀ ਕਈ ਸ਼ਬਦ ਬਣਾਏ ਜਾਂਦੇ ਹਨ, ਜਿਸ ਨਾਲ ਸ਼ਬਦ ਭੰਡਾਰ ਵਿੱਚ ਵਾਧਾ ਹੁੰਦਾ ਹੈ ਅਤੇ ਭਾਸ਼ਾ ਅਮੀਰ ਹੁੰਦੀ ਹੈ। ਅਰਥ-ਬੋਧ ਤੋਂ ਭਾਵ ਹੈ ਅਰਥਾਂ ਦੇ ਪੱਖ ਤੋਂ ਸ਼ਬਦਾਂ ਦੀ ਵਿਆਖਿਆ। ਵਿਆਕਰਨ ਦੇ ਇਸ ਭਾਗ ਵਿੱਚ ਵਿਰੋਧੀ ਸ਼ਬਦਾਂ, ਸਮਾਨਾਰਥਕ ਸ਼ਬਦਾਂ, ਬਹੁਅਰਥਕ ਸ਼ਬਦਾਂ ਅਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅਰਥ-ਬੋਧ ਵਿੱਚ ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਮੁੱਖ ਰੂਪ ਵਿੱਚ 4 ਆਧਾਰ ਮੰਨੇ ਗਏ ਹਨ। ਪਹਿਲਾ ਹੈ ਬਹੁਅਰਥਕ ਸ਼ਬਦ, ਦੂਸਰਾ ਹੈ ਸਮਾਨਾਰਥਕ ਸ਼ਬਦ, ਤੀਸਰਾ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਅਤੇ ਚੌਥਾ ਹੈ ਵਿਰੋਧਾਰਥਕ ਸ਼ਬਦ। ਹੁਣ ਅਸੀਂ ਅਰਥ-ਬੋਧ ਵਿੱਚ ਅਰਥਾਂ ਪੱਖੋਂ ਸ਼ਬਦਾਂ ਦਾ ਅਧਿਐਨ ਕਰਨ ਲਈ ਮੁੱਖ ਰੂਪ ਵਿੱਚ 4 ਆਧਾਰਾਂ ਵਿੱਚੋਂ ਤੀਸਰੇ ਆਧਾਰ ਬਾਰੇ ਗੱਲ ਕਰਾਂਗੇ, ਜਿਸ ਦਾ ਨਾਂ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਕੀ ਹੈ? ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਬਹੁਤੇ ਸ਼ਬਦਾਂ ਦੀ ਜਗ੍ਹਾ 'ਤੇ ਇੱਕ ਸ਼ਬਦ ਲਿਖਣਾ। ਸਾਨੂੰ ਪਤਾ ਹੈ ਕਿ ਅੱਜ ਦੇ ਦੌਰ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਹਰ ਮਨੁੱਖ ਚਾਹੁੰਦਾ ਹੈ ਕਿ ਉਹ ਬੋਲਣ ਜਾਂ ਲਿਖਣ ਵੇਲੇ ਆਪਣੀ ਗੱਲ ਥੋੜ੍ਹੇ ਤੋਂ ਥੋੜ੍ਹੇ ਸ਼ਬਦਾਂ ਵਿੱਚ ਸਪਸ਼ਟ ਤੌਰ 'ਤੇ ਕਹਿ ਸਕੇ। ਇਸ ਕਰਕੇ ਮਨੁੱਖ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
ਵਰਤਣ ਦੀ ਕੋਸ਼ਿਸ਼ ਕਰਦਾ ਹੈ। ਮੁਹਾਵਰੇ ਅਤੇ ਅਖੌਤਾਂ ਦੀ ਸਿਰਜਣਾ ਵੀ ਇਸੇ ਕਰਕੇ ਹੋਈ ਹੈ ਕਿ ਮਨੁੱਖ ਥੋੜ੍ਹੇ ਸ਼ਬਦਾਂ ਵਿੱਚ ਆਪਣੀ ਗੱਲ ਕਹਿ ਸਕੇ। ਇਸ ਤਰ੍ਹਾਂ ਭਾਸ਼ਾ ਦੀ ਵਰਤੋਂ ਵਿੱਚ ਸੰਖੇਪਤਾ ਵੀ ਆਉਂਦੀ ਹੈ ਅਤੇ ਪ੍ਰਭਾਵ ਵੀ ਵੱਧਦਾ ਹੈ। ਹੁਣ ਅਸੀਂ ਗੱਲ ਕਰਾਂਗੇ 7ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ 16 ਤੋਂ 35 ਤੱਕ। 16ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਹਨ ਆਪਣੀ ਮਰਜ਼ੀ ਕਰਨ ਵਾਲਾ। ਇੱਕ ਸ਼ਬਦ ਹੈ ਆਪ ਹੁਦਰਾ, ਭਾਵ ਉਹ ਮਨੁੱਖ ਜੋ ਕਿਸੇ ਦੀ ਨਾ ਮੰਨੇ, ਬਸ ਉਹੀ ਕਰੇ ਜੋ ਉਸਦਾ ਦਿਲ ਕਰਦਾ ਹੈ। ਕਈ ਵਾਰ ਆਪਾਂ ਉਹ ਬੱਚੇ ਦੇਖਦੇ ਹਾਂ ਜਿਨ੍ਹਾਂ ਦੇ ਮਾਂ-ਬਾਪ ਉਹਨਾਂ ਨੂੰ ਕੋਈ ਕੰਮ ਕਰਨ ਤੋਂ ਵਰਜਦੇ ਹਨ, ਰੋਕਦੇ ਹਨ, ਪਰ ਉਹ ਬੱਚੇ ਆਪਣੇ ਮਾਂ-ਬਾਪ ਦੀ ਗੱਲ ਨਾ ਮੰਨ ਕੇ ਉਹੀ ਕਰਦੇ ਹਨ ਜੋ ਉਹਨਾਂ ਦੀ ਮਰਜ਼ੀ ਹੋਵੇ। ਸੋ ਆਪਣੀ ਮਰਜ਼ੀ ਕਰਨ ਵਾਲਾ ਆਪ ਹੁਦਰਾ, ਜੋ ਆਪਣੀ ਮਰਜ਼ੀ ਕਰੇ ਉਸ ਨੂੰ ਅਸੀਂ ਆਪ ਹੁਦਰਾ ਕਹਿੰਦੇ ਹਾਂ। 17ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਸਾਹਿਤ ਦੀ ਰਚਨਾ ਕਰਨ ਵਾਲਾ। ਇੱਕ ਸ਼ਬਦ ਸਾਹਿਤਕਾਰ। ਸਾਹਿਤ ਕੀ ਹੈ? ਅਸੀਂ ਜੋ ਕੁਝ ਵੀ ਆਪਣੀਆਂ ਪਾਠ ਪੁਸਤਕਾਂ ਵਿੱਚ ਪੜ੍ਹਦੇ ਹਾਂ, ਚਾਹੇ ਉਹ ਲਿਖਤ ਕਵਿਤਾ ਦੇ ਰੂਪ ਵਿੱਚ ਹੋਵੇ, ਚਾਹੇ ਇਕਾਂਗੀ, ਨਿਬੰਧ, ਨਾਟਕ, ਨਿੱਕੀ ਕਹਾਣੀ, ਜੀਵਨੀ, ਸਵੈ ਜੀਵਨੀ, ਨਾਵਲ ਜਾਂ ਫਿਰ ਸਫ਼ਰਨਾਮੇ ਦੇ ਰੂਪ ਵਿੱਚ ਹੋਵੇ, ਇਹ ਸਾਰੇ ਸਾਹਿਤ ਦੇ ਰੂਪ ਹਨ ਅਤੇ ਇਹਨਾਂ ਦੀ ਰਚਨਾ ਮਹਾਨ ਵਿਅਕਤੀਆਂ ਦੁਆਰਾ ਕੀਤੀ ਜਾਂਦੀ ਹੈ। ਸੋ ਸਾਹਿਤ ਦੀ ਰਚਨਾ ਕਰਨ ਵਾਲਾ ਸਾਹਿਤਕਾਰ, ਭਾਵ ਉਹ ਵਿਅਕਤੀ ਜੋ ਕਵਿਤਾ ਜਾਂ ਵਾਰਤਕ ਦੇ ਰੂਪ ਵਿੱਚ ਆਪਣੀ ਜ਼ਿੰਦਗੀ ਦੇ ਤਜਰਬੇ ਜਾਂ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਦਾ ਹੈ। ਉਸ ਨੂੰ ਸਾਨੂੰ ਕੋਈ ਨਾ ਕੋਈ ਉਹਨਾਂ ਚੀਜ਼ਾਂ ਤੋਂ ਸੇਧ ਮਿਲਦੀ ਹੈ, ਉਹਨਾਂ ਨੂੰ ਅਸੀਂ ਸਾਹਿਤਕਾਰ ਕਹਿੰਦੇ ਹਾਂ। 18ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ। ਇੱਕ ਸ਼ਬਦ ਸਰਾਫ। ਦੁਨੀਆ ਦਾ ਹਰ ਇੱਕ ਮਨੁੱਖ ਆਪਣੀ ਉਪਜੀਵਕਾ ਕਮਾਉਣ ਲਈ ਕਿਸੇ ਨਾ ਕਿਸੇ ਕੰਮ ਵਿੱਚ ਲੱਗਾ ਹੈ, ਕੋਈ ਨਾ ਕੋਈ ਕਾਰੋਬਾਰ ਕਰ ਰਿਹਾ ਹੈ। ਜਿਹੜਾ ਮਨੁੱਖ ਜਿਹੜਾ ਵੀ ਕੰਮ ਕਰਦਾ ਹੈ ਉਸ ਨੂੰ ਕੋਈ ਨਾ ਕੋਈ ਨਾਂ ਦਿੱਤਾ ਗਿਆ ਹੈ, ਜਿਵੇਂ ਖੇਤੀ ਕਰਨ ਵਾਲਾ ਕਿਸਾਨ, ਲੱਕੜ ਦਾ ਕੰਮ ਕਰਨ ਵਾਲਾ ਤਰਖਾਣ, ਜੁੱਤੀਆਂ ਗੰਢਣ ਵਾਲਾ ਮੋਚੀ, ਕੱਪੜੇ ਸਿਉਣ ਵਾਲਾ ਦਰਜੀ, ਲੋਹੇ ਦਾ ਕੰਮ ਕਰਨ ਵਾਲਾ ਲੁਹਾਰ, ਮਰੀਜ਼ਾਂ ਦਾ ਇਲਾਜ ਕਰਨ ਵਾਲਾ ਡਾਕਟਰ, ਬੱਚਿਆਂ ਨੂੰ ਪੜ੍ਹਾਉਣ ਵਾਲਾ ਅਧਿਆਪਕ, ਫੁੱਲਾਂ ਦੀ ਦੇਖਭਾਲ ਕਰਨ ਵਾਲਾ ਮਾਲੀ, ਘਰ ਜਾਂ ਸਕੂਲ ਦੀ ਰਾਖੀ ਕਰਨ ਵਾਲਾ ਚੌਕੀਦਾਰ। ਇਸੇ ਤਰ੍ਹਾਂ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ ਸਰਾਫ। ਸਰਾਫ ਸੋਨੇ ਚਾਂਦੀ ਦੇ ਗਹਿਣਿਆਂ ਦਾ ਵਪਾਰ ਕਰਨ ਵਾਲਾ ਵਿਅਕਤੀ ਹੁੰਦਾ ਹੈ। 19ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਕੰਮ ਤੋਂ ਜੀ ਚੁਰਾਉਣ ਵਾਲਾ। ਇੱਕ ਸ਼ਬਦ ਕੰਮ ਚੋਰ। ਕਈ ਵਾਰ ਹੁੰਦਾ ਹੈ ਕਿ ਕੋਈ ਸਾਨੂੰ ਕੰਮ ਕਰਨ ਲਈ ਕਹਿੰਦਾ ਹੈ, ਪਰ ਸਾਡਾ ਉਹ ਕੰਮ ਕਰਨ ਨੂੰ ਜੀ ਨਹੀਂ ਕਰਦਾ। ਜੇਕਰ ਸਾਡੇ ਮਾਂ-ਬਾਪ ਸਾਨੂੰ ਕੋਈ ਘਰ ਦਾ ਕੰਮ ਕਰਨ ਨੂੰ ਕਹਿੰਦੇ ਹਨ ਜਾਂ ਅਧਿਆਪਕ ਕੋਈ ਸਕੂਲ ਦਾ ਕੰਮ ਕਰਨ ਨੂੰ ਕਹਿੰਦੇ ਹਨ, ਪਰ ਸਾਡਾ ਉਹ ਕੰਮ ਕਰਨ ਦਾ ਉੱਕਾ ਮਨ ਨਹੀਂ ਹੁੰਦਾ, ਅਸੀਂ ਉਸ ਕੰਮ ਤੋਂ ਦੂਰ ਭੱਜਦੇ ਹਾਂ, ਅਣਗਹਿਲੀ ਕਰਦੇ ਹਾਂ, ਅਣਸੁਣੀ ਕਰਦੇ ਹਾਂ, ਜੀ ਚੁਰਾਉਂਦੇ ਹਾਂ। ਸੋ ਕੰਮ ਤੋਂ ਜੀ ਚੁਰਾਉਣ ਵਾਲਾ ਕੰਮ ਚੋਰ। 20ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਕਹਾਣੀਆਂ ਲਿਖਣ ਵਾਲਾ ਜਾਂ ਵਾਲੀ। ਇੱਕ ਸ਼ਬਦ ਕਹਾਣੀਕਾਰ। ਕਹਾਣੀ ਕੀ ਹੈ? ਕਹਾਣੀ ਇੱਕ ਹਲਕੀ ਫੁਲਕੀ ਅਤੇ ਰੌਚਕ ਗੱਲਬਾਤ ਹੈ ਜੋ ਸਾਡੇ ਦਾਦਾ ਦਾਦੀ ਬਾਤਾਂ ਜਾਂ ਕਹਾਣੀਆਂ ਦੇ ਰੂਪ ਵਿੱਚ ਸਾਡੇ ਨਾਲ
ਕਰਦੇ ਹਨ। ਕਹਾਣੀ ਘੋੜ ਦੌੜ ਵਾਂਗ ਹੁੰਦੀ ਹੈ। ਜਿਸ ਤਰ੍ਹਾਂ ਘੋੜ ਦੌੜ ਦਾ ਆਦ ਤੇ ਅੰਤ ਬਹੁਤ ਮਹੱਤਵ ਰੱਖਦਾ ਹੈ, ਉਸੇ ਤਰ੍ਹਾਂ ਕਹਾਣੀ ਦਾ ਆਦ ਤੇ ਅੰਤ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਾਡੀ 7ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਬਹੁਤ ਸਾਰੀਆਂ ਕਹਾਣੀਆਂ ਹਨ। ਜਿਵੇਂ ਮੋਤੀ ਕਹਾਣੀ ਹੈ। ਮੋਤੀ ਕਹਾਣੀ ਕਹਾਣੀਕਾਰ ਪ੍ਰਿੰਸੀਪਲ ਸੁਜਾਨ ਸਿੰਘ ਦੀ ਲਿਖੀ ਹੋਈ ਹੈ। ਇਸ ਤਰ੍ਹਾਂ ਕਹਾਣੀਆਂ ਲਿਖਣ ਵਾਲਾ ਜਾਂ ਲਿਖਣ ਵਾਲੀ ਨੂੰ ਅਸੀਂ ਕਹਾਣੀਕਾਰ ਕਹਿੰਦੇ ਹਾਂ। 21ਵਾਂ ਲੜੀ ਨੰਬਰ ਹੈ ਕਵਿਤਾ ਲਿਖਣ ਵਾਲਾ ਜਾਂ ਵਾਲੀ। ਇਸ ਦਾ ਇੱਕ ਸ਼ਬਦ ਹੈ ਕਵੀ ਜਾਂ ਕਵਿੱਤਰੀ। ਕਵਿਤਾ ਕੀ ਹੈ? ਜਿਸ ਰਚਨਾ ਵਿੱਚ ਮਨੁੱਖੀ ਜਜ਼ਬੇ ਸ਼ਬਦਾਂ ਦਾ ਜਾਮਾ ਪਹਿਨ ਕੇ ਕਿਸੇ ਸੁਰ ਤਾਲ ਵਿੱਚ ਗੂੰਜ ਉੱਠਣ, ਉਸ ਨੂੰ ਕਵਿਤਾ ਕਹਿੰਦੇ ਹਨ। ਕਵਿਤਾ ਰੂਹਾਂ ਦੀ ਬੋਲੀ ਹੈ। ਸਾਡੀ 7ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਹਨ। ਜਿਵੇਂ ਮਾਂ ਦਾ ਪਿਆਰ ਕਵਿਤਾ ਹੈ। ਇਹ ਕਵਿਤਾ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀ ਲਿਖੀ ਹੋਈ ਹੈ। ਸੌਣ ਕਵਿਤਾ ਹੈ ਜੋ ਕਵੀ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਹੈ। ਸੋ ਕਵਿਤਾ ਲਿਖਣ ਵਾਲੇ ਮਨੁੱਖ ਨੂੰ ਅਸੀਂ ਕਵੀ ਕਹਿੰਦੇ ਹਾਂ ਅਤੇ ਕਵਿਤਾ ਲਿਖਣ ਵਾਲੀ ਔਰਤ ਨੂੰ ਅਸੀਂ ਕਵਿੱਤਰੀ ਕਹਿੰਦੇ ਹਾਂ। ਜਿਸ ਤਰ੍ਹਾਂ ਅੰਮ੍ਰਿਤਾ ਪ੍ਰੀਤਮ ਕਵਿੱਤਰੀ ਹੈ ਅਤੇ ਧਨੀ ਰਾਮ ਚਾਤ੍ਰਿਕ ਕਵੀ ਹੈ। 22ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਇਕੱਠ। ਇੱਕ ਸ਼ਬਦ ਤਰਿੰਜਣ। ਤੁਸੀਂ ਸਾਰਿਆਂ ਨੇ ਚਰਖਾ ਜ਼ਰੂਰ ਦੇਖਿਆ ਹੋਵੇਗਾ। ਸਾਉਣ ਦੇ ਮਹੀਨੇ ਵਿੱਚ ਜਦੋਂ ਨਵ ਵਿਆਹੀਆਂ ਕੁੜੀਆਂ ਆਪਣੇ ਪੇਕੀ ਆਉਂਦੀਆਂ ਹਨ ਤਾਂ ਪਿੰਡ ਦੇ ਬਾਹਰ-ਵਾਰ ਕਿਸੇ ਖੁੱਲ੍ਹੀ ਥਾਂ 'ਤੇ ਤੀਆਂ ਲਾਉਂਦੀਆਂ ਹਨ, ਪੀਂਘਾਂ ਝੂਟਦੀਆਂ ਹਨ, ਗਿੱਧਾ ਪਾਉਂਦੀਆਂ ਹਨ, ਚਰਖਾ ਕੱਤਦੀਆਂ ਹਨ, ਖੀਰ ਪੂੜੇ ਖਾਂਦੀਆਂ ਹਨ। ਉਸ ਨੂੰ ਤਰਿੰਜਣ ਕਹਿੰਦੇ ਹਨ। ਸੋ ਚਰਖਾ ਕੱਤਣ ਵਾਲੀਆਂ ਕੁੜੀਆਂ ਦੇ ਇਕੱਠ ਨੂੰ ਅਸੀਂ ਤਰਿੰਜਣ ਕਹਿੰਦੇ ਹਾਂ। 23ਵਾਂ ਲੜੀ ਨੰਬਰ ਹੈ ਚਾਰ ਪੈਰਾਂ ਵਾਲਾ ਜਾਨਵਰ ਚੁਪਾਇਆ। ਚਾਰ ਪੈਰਾਂ ਵਾਲੇ ਜਾਨਵਰਾਂ ਨੂੰ ਚੁਪਾਇਆ ਕਹਿੰਦੇ ਹਨ ਕਿਉਂਕਿ ਉਹਨਾਂ ਦੇ ਚਾਰ ਪੈਰ ਹੁੰਦੇ ਹਨ। ਜਿਵੇਂ ਸ਼ੇਰ, ਚੀਤਾ, ਬਘਿਆੜ, ਘੋੜਾ, ਹਾਥੀ, ਲੂੰਬੜੀ ਅਤੇ ਹੋਰ ਵੀ ਬਹੁਤ ਸਾਰੇ ਜਾਨਵਰ। ਪਰ ਆਪਾਂ ਆਪਣੇ ਆਲੇ ਦੁਆਲੇ ਬਹੁਤ ਸਾਰੇ ਪੰਛੀ ਦੇਖਦੇ ਹਾਂ ਜਿਨ੍ਹਾਂ ਦੇ ਦੋ ਪੈਰ ਹੁੰਦੇ ਹਨ। ਜਿਵੇਂ ਕਾਂ, ਚਿੜੀ, ਕਬੂਤਰ, ਤੋਤਾ, ਮੋਰ ਆਦਿ। ਇਹਨਾਂ ਨੂੰ ਦੁਪਾਇਆ ਕਹਿੰਦੇ ਹਨ। ਭਾਵ ਦੋ ਪੈਰਾਂ ਵਾਲੇ ਪੰਛੀ ਨੂੰ ਦੁਪਾਇਆ ਕਹਿੰਦੇ ਹਨ ਅਤੇ ਚਾਰ ਪੈਰਾਂ ਵਾਲੇ ਜਾਨਵਰਾਂ ਨੂੰ ਚੁਪਾਇਆ ਕਿਹਾ ਜਾਂਦਾ ਹੈ। 24 ਲੜੀ ਨੰਬਰ ਹੈ ਬਹੁਤੇ ਸ਼ਬਦ ਜਿਹੜਾ ਪਰਮਾਤਮਾ ਨੂੰ ਮੰਨੇ। ਇੱਕ ਸ਼ਬਦ ਆਸਤਕ। ਭਾਵ ਜਿਸ ਮਨੁੱਖ ਦਾ ਰੱਬ ਵਿੱਚ ਯਕੀਨ ਹੁੰਦਾ ਹੈ ਉਹ ਪਰਮਾਤਮਾ ਦੀ ਹੋਂਦ ਨੂੰ ਮੰਨਦਾ ਹੈ, ਰੱਬ ਕੋਲੋਂ ਡਰਦਾ ਹੈ, ਰੱਬ ਦੀ ਆਰਾਧਨਾ ਕਰਦਾ ਹੈ, ਰੱਬ ਨੂੰ ਚੇਤੇ ਰੱਖਦਾ ਹੈ, ਰੱਬ ਦੀ ਹਸਤੀ ਨੂੰ ਮੰਨਦਾ ਹੈ। ਉਸ ਨੂੰ ਅਸੀਂ ਆਸਤਕ ਕਹਿੰਦੇ ਹਾਂ। 25 ਲੜੀ ਨੰਬਰ ਹੈ ਬਹੁਤੇ ਸ਼ਬਦ ਜਿਹੜਾ ਪਰਮਾਤਮਾ ਨੂੰ ਨਾ ਮੰਨੇ। ਇੱਕ ਸ਼ਬਦ ਨਾਸਤਕ। ਇਹ 24 ਲੜੀ ਨੰਬਰ ਦੇ ਉਲਟ ਹੈ। ਭਾਵ ਆਸਤਕ ਦੇ ਉਲਟ ਨਾਸਤਕ। ਜਿਹੜਾ ਪਰਮਾਤਮਾ ਨੂੰ ਮੰਨੇ ਉਸ ਨੂੰ ਅਸੀਂ ਆਸਤਕ ਕਹਿੰਦੇ ਹਾਂ ਅਤੇ ਜਿਹੜਾ ਪਰਮਾਤਮਾ ਵਿੱਚ ਯਕੀਨ ਨਾ ਰੱਖਦਾ ਹੋਵੇ, ਜਿਹੜਾ ਪਰਮਾਤਮਾ ਨੂੰ ਨਾ ਮੰਨੇ, ਉਸ ਨੂੰ ਅਸੀਂ ਨਾਸਤਕ ਕਹਿੰਦੇ ਹਾਂ। 26 ਲੜੀ ਨੰਬਰ ਹੈ ਬਹੁਤੇ ਸ਼ਬਦ ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ। ਇੱਕ ਸ਼ਬਦ ਨਾ ਸ਼ੁਕਰਾ ਜਾਂ ਅਕਿਰਤਕਣ। ਨਾ ਸ਼ੁਕਰਾ ਮਨੁੱਖ ਉਹ ਹੁੰਦਾ ਹੈ ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ। ਭਾਵ ਜੇਕਰ ਕੋਈ ਇਨਸਾਨ ਦੁੱਖ ਦੀ ਘੜੀ ਵਿੱਚ ਉਹਦੇ ਕੰਮ ਆਇਆ ਹੋਵੇ ਪਰ ਉਹ
ਉਸ ਦੀ ਚੰਗਿਆਈ ਨੂੰ, ਨੇਕੀ ਨੂੰ ਭੁੱਲ ਜਾਵੇ। ਸੋ ਕਿਸੇ ਮਨੁੱਖ ਦੁਆਰਾ ਕੀਤੀ ਹੋਈ ਚੰਗਿਆਈ ਨੂੰ, ਨੇਕੀ ਨੂੰ ਭੁੱਲ ਜਾਣਾ ਅਕਿਰਤਕਣ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਹਨ ਕਿ ਧਰਤੀ ਨੂੰ ਪਹਾੜ, ਕਿਲੇ, ਘਰ, ਦਰਿਆ, ਸਮੁੰਦਰ, ਰੁੱਖ ਅਤੇ ਅਣਗਿਣਤ ਜੀਵ ਜੰਤੂ ਭਾਰੇ ਨਹੀਂ ਲੱਗਦੇ, ਪਰ ਧਰਤੀ ਨੂੰ ਕੀਤਾ ਨਾ ਜਾਣਨ ਵਾਲੇ ਅਕਿਰਤਕਣ ਹੀ ਭਾਰੇ ਲੱਗਦੇ ਹਨ, ਕਿਉਂਕਿ ਅਕਿਰਤਕਣ ਮੰਦਿਆਂ ਤੋਂ ਵੀ ਮੰਦੇ ਹਨ। ਸੋ ਜਿਹੜਾ ਕਿਸੇ ਦੀ ਕੀਤੀ ਨੇਕੀ ਨਾ ਜਾਣੇ, ਉਸਨੂੰ ਨਾ ਸ਼ੁਕਰਾ ਜਾਂ ਅਕਿਰਤਕਣ ਕਹਿੰਦੇ ਹਨ। 27ਵਾਂ ਲੜੀ ਨੰਬਰ ਹੈ ਜਿਹੜਾ ਕਦੇ ਨਾ ਥੱਕੇ ਅਣਥੱਕ। ਭਾਵ ਜਿਸ ਇਨਸਾਨ ਨੂੰ ਕੰਮ ਕਰਦਿਆਂ ਕਰਦਿਆਂ ਕਦੇ ਵੀ ਥਕਾਵਟ ਜਾਂ ਆਲਸ ਮਹਿਸੂਸ ਨਾ ਹੋਵੇ। ਜਿਵੇਂ ਮਾਂ-ਬਾਪ ਸਾਰੀ ਉਮਰ ਆਪਣੇ ਬੱਚਿਆਂ ਦੀ ਜ਼ਿੰਦਗੀ ਸੰਵਾਰਨ ਲਈ, ਬੱਚਿਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਮਿਹਨਤ ਕਰਦੇ ਹਨ, ਪਰ ਕਦੇ ਵੀ ਅਕੇਵਾਂ ਮਹਿਸੂਸ ਨਹੀਂ ਕਰਦੇ। ਸੋ ਜਿਹੜਾ ਕਦੇ ਨਾ ਥੱਕੇ, ਉਸ ਨੂੰ ਅਸੀਂ ਅਣਥੱਕ ਕਹਿੰਦੇ ਹਾਂ। 28ਵਾਂ ਲੜੀ ਨੰਬਰ ਹੈ ਜਿਹੜਾ ਕਦੇ ਨਾ ਟੁੱਟੇ ਅਟੁੱਟ। ਸਾਡੇ ਘਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਾਂ ਵਸਤੂਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖਦੇ ਹਾਂ, ਤਾਂ ਜੋ ਬੱਚੇ ਉਹਨਾਂ ਨੂੰ ਤੋੜ ਨਾ ਦੇਣ। ਅਸੀਂ ਉਹਨਾਂ ਦੀ ਵਰਤੋਂ ਵੀ ਬਹੁਤ ਧਿਆਨ ਨਾਲ ਕਰਦੇ ਹਾਂ, ਕਿਉਂਕਿ ਸਾਨੂੰ ਡਰ ਹੁੰਦਾ ਹੈ ਕਿ ਕਿਤੇ ਬੇਧਿਆਨੀ ਨਾਲ ਉਹ ਚੀਜ਼ਾਂ ਟੁੱਟ ਨਾ ਜਾਣ। ਪਰ ਇਹ ਤਾਂ ਵਸਤੂਆਂ, ਚੀਜ਼ਾਂ ਜਾਂ ਪਦਾਰਥ ਹੁੰਦੇ ਹਨ ਜੋ ਟੁੱਟ ਸਕਦੇ ਹਨ, ਪਰ ਕੁਝ ਅਟੁੱਟ ਵੀ ਹੁੰਦੇ ਹਨ ਜੋ ਕਦੇ ਨਹੀਂ ਟੁੱਟਦੇ, ਜਿਵੇਂ ਖੂਨ ਦੇ ਬਣੇ ਰਿਸ਼ਤੇ ਜੋ ਕਦੇ ਨਹੀਂ ਟੁੱਟਦੇ, ਨਹੁੰਆਂ ਤੋਂ ਮਾਸ ਕਦੇ ਵੱਖ ਨਹੀਂ ਹੁੰਦਾ। ਸੋ ਜਿਹੜਾ ਕਦੇ ਨਾ ਟੁੱਟੇ, ਉਸ ਨੂੰ ਅਸੀਂ ਅਟੁੱਟ ਕਹਿੰਦੇ ਹਾਂ। 29ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਜਿਹੜਾ ਬੋਲ ਨਾ ਸਕਦਾ ਹੋਵੇ, ਇੱਕ ਸ਼ਬਦ ਗੂੰਗਾ। ਭਾਵ ਜਿਹੜਾ ਵਿਅਕਤੀ ਬੋਲ ਕੇ ਆਪਣੇ ਵਿਚਾਰ ਜਾਂ ਮਨ ਦੇ ਭਾਵ ਦੂਜਿਆਂ ਨਾਲ ਸਾਂਝੇ ਨਾ ਕਰ ਸਕੇ, ਉਸ ਨੂੰ ਗੂੰਗਾ ਕਹਿੰਦੇ ਹਨ। 30 ਲੜੀ ਨੰਬਰ ਹੈ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ, ਸਰਬ ਸ਼ਕਤੀਮਾਨ। ਸਾਡੀ ਸ੍ਰਿਸ਼ਟੀ ਦੇ ਵਿੱਚ ਸਾਰੀਆਂ ਸ਼ਕਤੀਆਂ ਦਾ ਮਾਲਕ ਪਰਮਾਤਮਾ ਹੈ। ਪਰਮਾਤਮਾ ਨੂੰ ਅਸੀਂ ਸਰਬ ਸ਼ਕਤੀਮਾਨ ਕਹਿੰਦੇ ਹਾਂ। ਸੋ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ, ਜਿਸ ਕੋਲ ਸਾਰੀਆਂ ਸ਼ਕਤੀਆਂ ਹੋਣ, ਉਹ ਸਰਬ ਸ਼ਕਤੀਮਾਨ ਹੁੰਦਾ ਹੈ। 31ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਜਿਹੜਾ ਕੋਈ ਵੀ ਕੰਮ ਨਾ ਕਰੇ, ਇੱਕ ਸ਼ਬਦ ਵਿਹਲੜ ਜਾਂ ਨਿਕੰਮਾ। ਆਪਾਂ ਕਈ ਵਾਰ ਆਪਣੇ ਆਲੇ ਦੁਆਲੇ ਵਿੱਚ ਇਹੋ ਜਿਹੇ ਲੋਕਾਂ ਨੂੰ ਵੇਖਦੇ ਹਾਂ ਜੋ ਬਿਲਕੁਲ ਵਿਹਲੇ ਹੁੰਦੇ ਹਨ, ਬੇਫਿਕਰੇ ਹੁੰਦੇ ਹਨ, ਕੋਈ ਵੀ ਕੰਮ ਨਹੀਂ ਕਰਦੇ, ਬਸ ਸਾਰਾ ਦਿਨ ਬਿਨਾਂ ਵਜ੍ਹਾ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ, ਸਮਾਂ ਬਰਬਾਦ ਕਰਦੇ ਹਨ। ਉਹਨਾਂ ਨੂੰ ਅਸੀਂ ਵਿਹਲੜ ਜਾਂ ਨਿਕੰਮਾ ਕਹਿੰਦੇ ਹਾਂ। 32ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ, ਇੱਕ ਸ਼ਬਦ ਖੋਜੀ। ਸਾਨੂੰ ਪਤਾ ਹੈ ਕਿ ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ, ਤਕਨਾਲੋਜੀ ਦਾ ਯੁੱਗ ਹੈ। ਸਮੇਂ-ਸਮੇਂ 'ਤੇ ਬਹੁਤ ਸਾਰੇ ਰੋਸ਼ਨ ਦਿਮਾਗਾਂ ਦੁਆਰਾ ਕਿਸੇ ਨਾ ਕਿਸੇ ਵਿਸ਼ੇ 'ਤੇ ਕੋਈ ਨਾ ਕੋਈ ਕਾਢ ਕੱਢੀ ਜਾਂਦੀ ਹੈ। ਤਜਰਬੇ ਦੇ ਆਧਾਰ 'ਤੇ ਕੋਈ ਨਾ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਦੁਨੀਆ ਲਈ ਲਾਭਕਾਰੀ ਸਿੱਧ ਹੁੰਦੀ ਹੈ। ਜਿਹੜਾ ਕੋਈ ਮਨੁੱਖ ਅਜਿਹੀ ਖੋਜ ਕਰਦਾ ਹੈ, ਉਸ ਨੂੰ ਅਸੀਂ ਖੋਜੀ ਕਹਿੰਦੇ ਹਾਂ। 33ਵਾਂ ਲੜੀ ਨੰਬਰ ਹੈ ਬਹੁਤੇ ਸ਼ਬਦ ਜਿਹੜਾ ਕੁਝ ਵੱਡਿਆਂ ਵਡੇਰਿਆਂ ਕੋਲੋਂ ਮਿਲੇ, ਇੱਕ ਸ਼ਬਦ ਵਿਰਸਾ ਜਾਂ ਵਿਰਾਸਤ। ਸਾਡੀ ਇਹ ਪ੍ਰਾਚੀਨ ਪਰੰਪਰਾ ਹੈ ਕਿ ਜੋ ਜ਼ਮੀਨ ਜਾਇਦਾਦ ਸਾਡੇ ਪੂਰਵਜਾਂ ਨੇ ਜਾਂ ਸਾਡੇ ਵੱਡੇ ਵਡੇਰਿਆਂ ਨੇ ਮਿਹਨਤ ਦੀ ਕਮਾਈ ਨਾਲ ਬਣਾਈ ਹੁੰਦੀ ਹੈ, ਉਸ 'ਤੇ ਔਲਾਦ ਦਾ ਹੱਕ ਹੁੰਦਾ ਹੈ। ਕੋਈ ਜ਼ਿਮੀਂਦਾਰ ਹੈ, ਉਹ ਆਪਣੀ ਜ਼ਮੀਨ ਆਪਣੇ ਬੱਚਿਆਂ ਨੂੰ ਦਿੰਦਾ ਹੈ ਅਤੇ ਬੱਚੇ ਕਹਿੰਦੇ ਹਨ
ਕਿ ਸਾਨੂੰ ਇਹ ਜ਼ਮੀਨ ਵਿਰਾਸਤ ਵਿੱਚ ਮਿਲੀ ਹੈ, ਜਾਂ ਕੋਈ ਦੁਕਾਨਦਾਰ ਹੈ ਜਾਂ ਕੋਈ ਹੋਰ ਕਾਰੋਬਾਰ ਹੈ, ਉਹ ਪਿਤਾ ਤੋਂ ਪੁੱਤਰ ਨੂੰ ਮਿਲਦਾ ਹੈ। ਪਿਤਾ ਤੋਂ ਬਾਅਦ ਬੱਚੇ ਉਸ ਦੀ ਸਾਂਭ ਸੰਭਾਲ ਕਰਦੇ ਹਨ। ਸਾਡੀ ਲਗਨ, ਮਿਹਨਤ ਤੇ ਕੰਮ ਕਰਨ ਦਾ ਜਜ਼ਬਾ ਵੀ ਸਾਨੂੰ ਆਪਣੇ ਵੱਡੇ ਵਡੇਰਿਆਂ ਤੋਂ ਵਿਰਾਸਤ ਵਿੱਚ ਹੀ ਮਿਲਦਾ ਹੈ। ਸੋ ਜਿਹੜੀ ਵੀ ਚੀਜ਼ ਸਾਨੂੰ ਆਪਣੇ ਵੱਡਿਆਂ ਵਡੇਰਿਆਂ ਤੋਂ ਮਿਲਦੀ ਹੈ, ਉਸ ਨੂੰ ਅਸੀਂ ਵਿਰਸਾ ਜਾਂ ਵਿਰਾਸਤ ਕਹਿੰਦੇ ਹਾਂ। 34 ਲੜੀ ਨੰਬਰ ਹੈ ਬਹੁਤੇ ਸ਼ਬਦ ਜਿਹੜਾ ਮਨੁੱਖ ਪੜ੍ਹਿਆ ਨਾ ਹੋਵੇ। ਇੱਕ ਸ਼ਬਦ ਅਨਪੜ੍ਹ। ਜਿਹੜਾ ਮਨੁੱਖ ਸਕੂਲ ਨਾ ਗਿਆ ਹੋਵੇ, ਜਿਸ ਨੇ ਸਕੂਲ ਦਾ ਮੂੰਹ ਨਾ ਵੇਖਿਆ ਹੋਵੇ, ਜਿਹੜਾ ਘਰ ਦੀਆਂ ਮਜਬੂਰੀਆਂ ਕਾਰਨ ਸਿੱਖਿਆ ਗ੍ਰਹਿਣ ਨਾ ਕਰ ਸਕਿਆ ਹੋਵੇ, ਉਸ ਨੂੰ ਅਸੀਂ ਅਨਪੜ੍ਹ ਕਹਿੰਦੇ ਹਾਂ। 35 ਲੜੀ ਨੰਬਰ ਹੈ ਬਹੁਤੇ ਸ਼ਬਦ ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ। ਇੱਕ ਸ਼ਬਦ ਨਿਰਪੱਖ। ਜਿਹੜਾ ਮਨੁੱਖ ਦੋਹਾਂ ਧੜਿਆਂ ਦੇ ਵਿੱਚੋਂ ਕਿਸੇ ਵੀ ਧੜੇ ਦੀ ਤਰਫਦਾਰੀ ਨਾ ਕਰੇ, ਭਾਵ ਕਿਸੇ ਦਾ ਵੀ ਪੱਖ ਨਾ ਲਵੇ, ਨਿਰਪੱਖ ਹੋ ਕੇ ਆਪਣਾ ਫੈਸਲਾ ਸੁਣਾਵੇ, ਉਸ ਨੂੰ ਨਿਰਪੱਖ ਕਹਿੰਦੇ ਹਨ। ਜਿਵੇਂ ਮਾਂ-ਬਾਪ ਦੀ ਨਜ਼ਰ 'ਚ ਬੱਚੇ ਬਰਾਬਰ ਹੁੰਦੇ ਹਨ, ਮਾਂ-ਬਾਪ ਆਪਣੇ ਬੱਚਿਆਂ ਨਾਲ ਪੱਖਪਾਤ ਨਹੀਂ ਕਰਦੇ। ਇਸੇ ਤਰ੍ਹਾਂ ਸਕੂਲ ਵਿੱਚ ਅਧਿਆਪਕ ਦੀ ਨਜ਼ਰ ਵਿੱਚ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਹਨ। ਅਧਿਆਪਕ ਕਦੇ ਵੀ ਬੱਚਿਆਂ ਨਾਲ ਪੱਖਪਾਤ ਨਹੀਂ ਕਰਦੇ। ਪਰ ਜਿਹੜਾ ਮਨੁੱਖ ਇੱਕ ਧੜੇ ਦਾ ਪੱਖ ਲਵੇ, ਉਸ ਨੂੰ ਅਸੀਂ ਪੱਖਪਾਤੀ ਕਹਿੰਦੇ ਹਾਂ। ਇਸ ਲਈ ਕਿਸੇ ਨਾਲ ਪੱਖਪਾਤ ਨਾ ਕਰਨ ਵਾਲਾ ਨਿਰਪੱਖ ਹੁੰਦਾ ਹੈ। ਸੋ ਇਹ ਸੀ 16 ਤੋਂ 35 ਤੱਕ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ। ਹੁਣ ਅਸੀਂ ਅਖਾਣਾਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਅਖਾਣ ਕੀ ਹੈ? ਅਖਾਣ ਪੰਜਾਬੀ ਲੋਕ ਸਾਹਿਤ ਦਾ ਅਹਿਮ ਅੰਗ ਹਨ। ਇਹਨਾਂ ਨੂੰ ਅਖੌਤਾਂ ਜਾਂ ਕਹਾਵਤਾਂ ਵੀ ਕਿਹਾ ਜਾਂਦਾ ਹੈ। ਅਖਾਣਾਂ ਆਪਣੀ ਰੌਚਕਤਾ, ਵਿਸ਼ਾਲਤਾ ਅਤੇ ਵਿਆਪਕ ਹੋਂਦ ਕਾਰਨ ਲੋਕ ਸਾਹਿਤ ਦਾ ਵਧੇਰੇ ਚਰਚਿਤ ਰੂਪ ਹਨ। ਇਹ ਲੋਕ ਸੂਝ ਦੇ ਪਰਿਮਾਣਿਕ ਸਰੂਪ ਨੂੰ ਪ੍ਰਗਟਾਉਂਦੀਆਂ ਹਨ। ਅਖੌਤਾਂ ਬਾਰੇ ਡਾਕਟਰ ਵਣਜਾਰਾ ਬੇਦੀ ਲਿਖਦੇ ਹਨ ਕਿ ਉਹ ਸੰਜਮ ਤੇ ਲੈ ਭਰਪੂਰ ਚੁਸਤ ਵਾਕ, ਜਿਨ੍ਹਾਂ ਵਿੱਚ ਜੀਵਨ ਬਾਰੇ ਕੋਈ ਤੱਥ ਜਾਂ ਨਿਰਣਾ ਪ੍ਰਭਾਵਸ਼ਾਲੀ ਵਿਧੀ ਨਾਲ ਸਮੋਇਆ ਹੁੰਦਾ ਹੈ, ਅਖੌਤ ਅਖਵਾਉਂਦੇ ਹਨ। ਅਖੌਤਾਂ ਦੀ ਸਿਰਜਣ ਪ੍ਰਕਿਰਿਆ ਲੋਕ ਸਾਹਿਤ ਦੇ ਬਾਕੀ ਰੂਪਾਂ ਵਾਂਗ ਹੀ ਸਮੂਹ ਦੀ ਪ੍ਰਵਾਨਗੀ ਨਾਲ ਜੁੜੀ ਹੁੰਦੀ ਹੈ। ਇਹਨਾਂ ਦਾ ਸਿਰਜਕ ਸਮੇਂ ਦੇ ਪ੍ਰਵਾਹ ਵਿੱਚ ਗੁੰਮਨਾਮ ਹੋ ਜਾਂਦਾ ਹੈ ਅਤੇ ਇਹ ਪੀੜ੍ਹੀ ਦਰ ਪੀੜ੍ਹੀ ਮੌਖਿਕ ਰੂਪ ਵਿੱਚ ਚੱਲਦੀਆਂ ਰਹਿੰਦੀਆਂ ਹਨ। ਹੁਣ ਅਸੀਂ 7ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਅਖਾਣਾਂ ਬਾਰੇ ਗੱਲਬਾਤ ਕਰਾਂਗੇ। 6ਵਾਂ ਅਖਾਣ ਹੈ ਇੱਕ ਅਨਾਰ 100 ਬਿਮਾਰ। ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਇਹ ਦੱਸਣਾ ਹੋਵੇ ਕਿ ਚੀਜ਼ ਘੱਟ ਹੈ ਪਰ ਉਸ ਦੀ ਮੰਗ ਕਰਨ ਵਾਲੇ ਬਹੁਤੇ ਹਨ, ਭਾਵ ਚੀਜ਼ ਥੋੜ੍ਹੀ ਹੋਣੀ ਪਰ ਲੋੜਵੰਦ ਬਹੁਤੇ ਹੋਣੇ। ਇਸ ਅਖਾਣ ਦੀ ਵਾਕ ਵਿੱਚ ਵਰਤੋਂ ਕਿਵੇਂ ਕਰ ਸਕਦੇ ਹਾਂ? ਜਿਵੇਂ ਮੇਰੇ ਕੋਲ ਇੱਕ ਪੁਰਾਣੀ ਸਾਈਕਲ ਸੀ, ਮੇਰਾ ਛੋਟਾ ਭਰਾ ਕਹਿ ਰਿਹਾ ਸੀ ਮੈਨੂੰ ਦੇ, ਅਤੇ ਮੇਰੀ ਵੱਡੀ ਭੈਣ ਕਹਿ ਰਹੀ ਸੀ ਮੈਨੂੰ ਦੇ ਦਿਓ। ਇੱਕ ਦਿਨ ਮੇਰੇ ਨੌਕਰ ਨੇ ਕਿਹਾ ਸਰਦਾਰ ਜੀ ਇਹ ਸਾਈਕਲ ਮੈਨੂੰ ਦੇ ਦਿਓ, ਮੈਂ ਪੈਦਲ ਚੱਲ ਕੇ ਤੁਹਾਡੇ ਘਰ ਆਉਂਦਾ ਹਾਂ, ਮੈਨੂੰ ਰਸਤੇ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ। ਉਸ ਦੀ ਗੱਲ ਸੁਣ ਕੇ ਮੈਂ ਕਿਹਾ ਇਹ ਤਾਂ ਉਹ ਗੱਲ ਹੋਈ ਅਖੇ ਇੱਕ ਅਨਾਰ 100 ਬਿਮਾਰ, ਭਾਵ ਇੱਕ ਸਾਈਕਲ ਸੀ ਉਹ ਵੀ ਪੁਰਾਣੀ ਅਤੇ ਉਸ ਨੂੰ ਲੈਣ ਵਾਲੇ ਗਾਹਕ 3 ਬਣ ਗਏ। ਜਦੋਂ ਇਸ ਤਰ੍ਹਾਂ ਦੀ ਕੋਈ ਸਥਿਤੀ ਜਾਂ ਹਾਲਾਤ ਹੋਣ ਕਿ ਥੋੜ੍ਹੀ ਚੀਜ਼ ਨੂੰ ਮੰਗਣ ਵਾਲੇ ਜ਼ਿਆਦਾ ਹੋਣ ਤਾਂ ਉਦੋਂ ਇਸ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ। 7ਵੀਂ ਅਖਾਣ ਹੈ ਈਦ ਪਿੱਛੋਂ ਤੰਬਾ ਫੂਕਣਾ। ਇਸ ਦਾ ਭਾਵ ਹੈ ਕਿ ਲੋੜ ਦਾ ਸਮਾਂ ਲੰਘ ਜਾਣ ਮਗਰੋਂ ਮਿਲੀ ਚੀਜ਼ ਦਾ ਕੋਈ ਲਾਭ ਨਹੀਂ ਹੁੰਦਾ, ਕੋਈ ਫਾਇਦਾ ਨਹੀਂ ਹੁੰਦਾ। ਵਾਕ ਵਿੱਚ ਇਸ ਅਖਾਣ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ? ਜਿਵੇਂ ਵਾਕ ਹੈ ਜਦੋਂ ਮੈਂ
ਆਪਣੀ ਧੀ ਦੇ ਵਿਆਹ ਉੱਤੇ ਆਪਣੇ ਇੱਕ ਦੋਸਤ ਤੋਂ 50,000 ਰੁਪਏ ਉਧਾਰ ਮੰਗੇ ਤਾਂ ਉਸਨੇ ਕਿਹਾ ਕਿ ਉਹ 1 ਮਹੀਨੇ ਤੱਕ ਦੇਵੇਗਾ। ਮੈਂ ਉਸ ਨੂੰ ਕਿਹਾ, ਵਿਆਹ ਤਾਂ 10 ਦਿਨਾਂ ਨੂੰ ਹੈ, ਮੈਂ ਈਦ ਪਿੱਛੋਂ ਤੰਬਾ ਫੂਕਣਾ? ਜੇਕਰ ਤੂੰ ਪੈਸੇ ਦੇ ਸਕਦਾ ਹੈ ਤਾਂ ਹੁਣੇ ਦੇ, ਨਹੀਂ ਤਾਂ ਜਵਾਬ ਦੇ ਦੇ। ਭਾਵ ਵਿਆਹ ਲੰਘ ਜਾਣ ਤੋਂ ਮਗਰੋਂ ਦੋਸਤ ਦੁਆਰਾ ਦਿੱਤੇ ਪੈਸਿਆਂ ਦਾ ਕੋਈ ਫਾਇਦਾ ਨਹੀਂ ਹੋਣਾ ਸੀ। ਫਾਇਦਾ ਤਾਂ ਸੀ ਜੇਕਰ ਉਹ ਹੁਣ ਪੈਸੇ ਦਿੰਦਾ ਤਾਂ ਜੋ ਵਿਆਹ ਵਿੱਚ ਪੈਸੇ ਵਰਤੇ ਜਾ ਸਕਦੇ। ਸੋ ਜਦੋਂ ਇਸ ਤਰ੍ਹਾਂ ਦੀ ਕੋਈ ਸਥਿਤੀ ਹੋਵੇ ਤਾਂ ਆਪਾਂ ਇਸ ਅਖਾਣ ਦੀ ਵਰਤੋਂ ਕਰਕੇ ਸੰਖੇਪ ਵਿੱਚ ਆਪਣੀ ਗੱਲ ਕਹਿ ਸਕਦੇ ਹਾਂ। 8ਵਾਂ ਅਖਾਣ ਹੈ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਸ ਅਖਾਣ ਦਾ ਅਰਥ ਹੈ ਬਦੋ ਬਦੀ ਕਿਸੇ ਦੇ ਕੰਮ ਵਿੱਚ ਦਖਲਅੰਦਾਜ਼ੀ ਕਰਨਾ। ਜਦੋਂ ਕੋਈ ਬਿਨਾਂ ਵਜ੍ਹਾ ਸਾਡੇ ਕੰਮ ਵਿੱਚ ਆ ਕੇ ਟੋਕਾ ਟੋਕੀ ਜਾਂ ਦਖਲਅੰਦਾਜ਼ੀ ਕਰਦਾ ਹੈ ਤਾਂ ਉਦੋਂ ਇਹ ਅਖਾਣ ਵਰਤੀ ਜਾਂਦੀ ਹੈ। ਜਿਵੇਂ ਵਾਕ ਵਿੱਚ ਇਸ ਅਖਾਣ ਦੀ ਵਰਤੋਂ ਦੇਖਦੇ ਹਾਂ। 2 ਭਰਾ ਕਿਸੇ ਗੱਲ ਤੇ ਬਹਿਸ ਕਰ ਰਹੇ ਸਨ। ਰਾਹ ਜਾਂਦਾ ਕਰਤਾਰਾ ਉਹਨਾਂ ਨੂੰ ਸਮਝਾਉਣ ਲੱਗ ਪਿਆ ਤਾਂ ਇੱਕ ਭਰਾ ਨੇ ਕਿਹਾ, ਤੂੰ ਜਾ ਭਾਈ, ਅਸੀਂ ਆਪੇ ਨਜਿੱਠ ਲਵਾਂਗੇ ਆਪਣਾ ਮਸਲਾ। ਆਖੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ। ਇਸ ਤਰ੍ਹਾਂ ਜਦੋਂ ਖਾਮਖਾ ਕੋਈ ਸਾਡੀ ਗੱਲ ਵਿੱਚ ਬੋਲੇ ਜਾਂ ਕੰਮ ਵਿੱਚ ਦਖਲਅੰਦਾਜ਼ੀ ਕਰੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ। 9ਵੀਂ ਅਖਾਣ ਹੈ ਗਰੀਬਾਂ ਰੱਖੇ ਰੋਜੇ ਦਿਨ ਵੱਡੇ ਆਏ। ਇਹ ਅਖਾਣ ਉਦੋਂ ਵਰਤੀ ਜਾਂਦੀ ਹੈ ਜਦੋਂ ਕਿਸੇ ਗਰੀਬ ਦੇ ਕੰਮ ਵਿੱਚ ਵਾਰ-ਵਾਰ ਵਿਘਨ ਪਵੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ। ਵਾਕ ਵਿੱਚ ਇਸ ਅਖਾਣ ਦੀ ਵਰਤੋਂ ਕਿਵੇਂ ਕਰ ਸਕਦੇ ਹਾਂ? ਜਦੋਂ ਬੰਤਾ ਇੱਧਰੋਂ ਉੱਧਰੋਂ ਪੈਸੇ ਇਕੱਠੇ ਕਰਕੇ ਮਕਾਨ ਬਣਾਉਣ ਲੱਗਾ ਤਾਂ ਪਹਿਲਾਂ ਇੱਟਾਂ ਮਹਿੰਗੀਆਂ ਹੋ ਗਈਆਂ ਤੇ ਫਿਰ ਸੀਮਟ, ਫਿਰ ਸਰੀਏ ਨੂੰ ਅੱਗ ਲੱਗ ਗਈ। ਵਿਚਾਰਾ ਔਖਾ ਸੌਖਾ ਇਹ ਖਰਚ ਪੂਰੇ ਕਰ ਹੀ ਰਿਹਾ ਸੀ ਕਿ ਉਸ ਦੀ ਪਤਨੀ ਬਿਮਾਰ ਹੋ ਕੇ ਹਸਪਤਾਲ ਜਾ ਪਹੁੰਚੀ। ਖਰਚੇ ਤੋਂ ਦੁਖੀ ਹੋਇਆ ਬੰਤਾ ਕਹਿਣ ਲੱਗਾ, ਗਰੀਬਾਂ ਰੱਖੇ ਰੋਜੇ ਦਿਨ ਵੱਡੇ ਆਏ। ਇਸ ਤਰ੍ਹਾਂ ਜਦੋਂ ਵਾਰ-ਵਾਰ ਕਿਸੇ ਕੰਮ ਵਿੱਚ ਵਿਘਨ ਪਵੇ ਤਾਂ ਇਹ ਅਖਾਣ ਵਰਤੀ ਜਾ ਸਕਦੀ ਹੈ। 10ਵੀਂ ਅਖਾਣ ਹੈ ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ। ਜਦੋਂ ਕਿਸੇ ਦੇ ਸਿਰ ਤੇ ਕੋਈ ਜ਼ਿੰਮੇਵਾਰੀ ਨਾ ਹੋਵੇ ਤੇ ਉਹ ਸੁਖੀ ਜੀਵਨ ਬਤੀਤ ਕਰ ਰਿਹਾ ਹੋਵੇ ਤਾਂ ਉਦੋਂ ਇਹ ਅਖਾਣ ਵਰਤੀ ਜਾਂਦੀ ਹੈ। ਜਿਵੇਂ ਯਾਰ ਜੋਗਿੰਦਰ ਸਿੰਘ ਵੱਲ ਦੇਖ, ਵਿਚਾਰਾ 5 ਧੀਆਂ ਦੇ ਵਿਆਹ ਕਰਦਾ ਕਰਦਾ ਅੰਤਾਂ ਦਾ ਕਰਜ਼ਾਈ ਹੋ ਗਿਆ, ਜਿਸ ਕਾਰਨ ਉਸ ਦੀ ਜ਼ਮੀਨ ਵੀ ਵਿਕ ਗਈ ਤੇ ਲਹਿਣੇਦਾਰ ਵੀ ਉਸ ਨੂੰ ਤੋੜ-ਤੋੜ ਖਾਣ ਲੱਗੇ। ਵਿਚਾਰਾ ਬੇਹੱਦ ਪਰੇਸ਼ਾਨ ਤੇ ਦੁਖੀ ਹੈ। ਪਰ ਆਪਾਂ ਵੱਲ ਦੇਖ, ਅਸੀਂ ਵਿਆਹ ਹੀ ਨਹੀਂ ਕਰਾਇਆ, ਨਾ ਘਰ, ਨਾ ਪਤਨੀ ਤੇ ਨਾ ਬੱਚੇ। ਆਪਾਂ ਨੂੰ ਕੋਈ ਫਿਕਰ ਨਹੀਂ। ਸੱਚ ਹੀ ਕਹਿੰਦੇ ਨੇ, ਗਾਂ ਨਾ ਵੱਛੀ ਤੇ ਨੀਂਦਰ ਆਵੇ ਅੱਛੀ। ਇਸ ਤਰ੍ਹਾਂ ਜਦੋਂ ਸਿਰ ਤੇ ਕੋਈ ਜ਼ਿੰਮੇਵਾਰੀ ਨਾ ਹੋਵੇ ਤੇ ਬੰਦਾ ਸੁਖੀ ਜੀਵਨ ਬਤੀਤ ਕਰ ਰਿਹਾ ਹੋਵੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ। ਸੋ ਇਹ ਸੀ 7ਵੀਂ ਜਮਾਤ ਦੇ ਪਾਠਕ੍ਰਮ ਵਿੱਚ ਸ਼ਾਮਿਲ ਵਿਆਕਰਨ ਭਾਗ ਵਿੱਚ ਅਰਥ ਬੋਧ ਅਧੀਨ ਆਉਂਦੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ 16 ਤੋਂ 35 ਤੱਕ ਅਤੇ ਅਖਾਣ 6 ਤੋਂ 10 ਤੱਕ, ਜਿਨ੍ਹਾਂ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।